सत श्री अकाल दोस्तों, मैं वरिंदर सिंह तुहाडा स्वागत करदा अपने यूट्यूब चैनल ते। अज दा अपना टॉपिक है कच्चे मुलाजमां दीयां सेवावां पक्कियां करन संबंधी। साल 2016 दे विच सरकार वल्लों एक एक्ट बनाया गया सी। वो जिहड़ा एक्ट सी ਉਹ पंजाब ते हरियाणा हाई कोर्ट दे विच चैलेंज हो गया सी, जिहदे कारण वो एक्ट लागू नहीं हो पाया सी। इस तो बाद 2021 ਦੇ ਵਿੱਚ ਸਰਕਾਰ ਵੱਲੋਂ ਇੱਕ ਨਵਾਂ ਐਕਟ ਬਣਾਇਆ ਗਿਆ ਪੁਰਾਣੇ ਐਕਟ ਨੂੰ ਖਤਮ ਕਰਕੇ, ਅਤੇ ਉਹ ਐਕਟ ਦੇ ਉੱਪਰ ਵੀ ਪੰਜਾਬ ਦੇ ਗਵਰਨਰ ਸਾਹਿਬ ਵੱਲੋਂ ਕੁਝ ਇਤਰਾਜ਼ ਲਗਾਏ ਗਏ। ਉਹ ਜਿਹੜੇ ਇਤਰਾਜ਼ ਲਗਾਏ ਗਏ ਸੀ ਉਹਦੇ ਵਿੱਚ ਉਮਾ ਦੇਵੀ ਕੇਸ ਦੀ ਜਿਹੜੀ ਜੱਜਮੈਂਟ ਆ ਉਹਦਾ ਜ਼ਿਕਰ ਕੀਤਾ ਗਿਆ। ਤਾਂ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਉਮਾ ਦੇਵੀ ਕੇਸ ਦੀ ਜਿਹੜੀ ਜੱਜਮੈਂਟ ਸੀ ਉਹਦੇ ਬਾਰੇ ਭਾਰਤ ਸਰਕਾਰ ਵੱਲੋਂ ਜੋ 7 ਅਕਤੂਬਰ 2020 ਨੂੰ ਹਦਾਇਤਾਂ ਜਾਰੀ ਹੋਈਆਂ ਨੇ ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਇਹ ਜਿਹੜੀਆਂ ਹਦਾਇਤਾਂ ਨੇ ਗੌਰਮੈਂਟ ਆਫ ਇੰਡੀਆ, ਮਿਨਿਸਟਰੀ ਆਫ ਪਰਸੋਨਲ, ਪੀਜੀ ਐਂਡ ਪੈਨਸ਼ਨਸ, ਡਿਪਾਰਟਮੈਂਟ ਆਫ ਪਰਸੋਨਲ ਐਂਡ ਟ੍ਰੇਨਿੰਗ ਵੱਲੋਂ ਜਾਰੀ ਹੋਈਆਂ ਨੇ। ਇਹਨਾਂ ਇੰਸਟਰਕਸ਼ਨ ਦੀ ਜਿਹੜੀ ਕਾਪੀ ਆ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਵਿੱਚੋਂ ਮਿਲ ਸਕਦੀ ਹੈ। ਇਹਨਾਂ ਹਦਾਇਤਾਂ ਦੇ शुरू ਦੇ ਵਿੱਚ ਹੀ ਮੈਂਸ਼ਨ ਕੀਤਾ ਹੋਇਆ, ਇਟ ਵਾਜ਼ ਡਾਇਰੈਕਟਡ ਦੈਟ ਐਨੀ ਪਬਲਿਕ ਅਪੁਆਇੰਟਮੈਂਟ ਹੈਜ਼ ਟੂ ਬੀ ਇਨ ਦੀ ਟਰਮਸ ਆਫ ਕੌਨਸਟੀਟਿਊਸ਼ਨਲ ਸਕੀਮ, ਕਿ ਕੋਈ ਵੀ ਜਿਹੜੀ ਨਿਯੁਕਤੀ ਆ ਪਬਲਿਕ ਅਪੁਆਇੰਟਮੈਂਟ ਆ ਉਹ ਸੰਵਿਧਾਨ ਦੇ ਅੰਡਰ ਹੀ ਹੋਣੀ ਚਾਹੀਦੀ ਆ। ਹਾਊਐਵਰ in the Supreme Court in para 44 of the aforesaid judgment directed that the Union of India, the state governments and their instrumentalities should take steps to regularize as one time measure the services of such irregularly appointed who are duly qualified persons in the terms of statutory recruitment rules for the post and who have worked for 10 years or more in ਡਿਊਲੀ ਸੈਂਕਸ਼ਨਡ ਪੋਸਟ। ਤਾਂ ਇੱਥੇ ਕਾਫੀ ਪੁਆਇੰਟ ਇੱਥੇ ਹੀ ਮੈਂਸ਼ਨ ਕੀਤੇ ਹੋਏ ਆ ਕਿ ਉਹ ਕਰਮਚਾਰੀ ਜਿਨ੍ਹਾਂ ਦੀ ਸਰਵਿਸ ਆ ਜਿਹੜੀ 10 ਸਾਲ ਤੋਂ ਜਾਂ ਇਸ ਤੋਂ ਵੱਧ ਹੋ ਚੁੱਕੀ ਆ ਅਤੇ ਉਹ ਸੈਂਕਸ਼ਨਡ ਪੋਸਟ ਦੇ ਅਗੇਂਸਟ ਲੱਗੇ ਹੋਏ ਆ, ਕਿ ਜੇ ਸਟੇਟ ਗੌਰਮੈਂਟ ਨੇ ਜਾਂ ਗੌਰਮੈਂਟ ਆਫ ਇੰਡੀਆ ਨੇ ਕੋਈ ਇਰੈਗੂਲਰ ਅਪੁਆਇੰਟਮੈਂਟ ਕੀਤੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਰੈਗੂਲਰਾਈਜ਼ ਕਰਨ ਦੇ ਲਈ ਵਨ ਟਾਈਮ ਮੈਜਰ ਜਾਂ ਵਨ ਟਾਈਮ ਜਿਹੜੀ ਪਾਲਿਸੀ ਬਣਾ ਕੇ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾ ਸਕਦਾ। ਤਾਂ ਇਹ ਤਾਂ ਸੀ ਜੱਜਮੈਂਟ ਦਾ ਰੈਫਰੈਂਸ ਦੇ ਕੇ। ਤਾਂ ਅੱਗੇ ਪੱਤਰ 'ਚ ਲਿਖਿਆ, ਇਨ ਦਿਸ ਰਿਗਾਰਡ ਵੇਰੀਅਸ ਕੇਸਿਸ ਹੈਜ਼ ਬੀਨ ਰਿਸੀਵਡ ਇਨ ਦਿਸ ਡਿਪਾਰਟਮੈਂਟ ਸੀਕਿੰਗ ਕਲੈਰੀਫਿਕੇਸ਼ਨ ਰਿਗਾਰਡਿੰਗ ਦੀ ਇੰਪਲੀਮੈਂਟੇਸ਼ਨ ਆਫ ਦੀ ਅਬਵ ਜੱਜਮੈਂਟ, ਕਿ ਭਾਰਤ ਸਰਕਾਰ ਦਾ ਜਿਹੜਾ ਇਹ ਪਰਸੋਨਲ ਵਿਭਾਗ ਆ ਇਹਨਾਂ ਨੂੰ ਕਾਫੀ ਸਾਰੇ ਡਿਪਾਰਟਮੈਂਟਾਂ ਵੱਲੋਂ ਕਈ ਤਰ੍ਹਾਂ ਦੀਆਂ ਕਲੈਰੀਫਿਕੇਸ਼ਨਾਂ ਮੰਗੀਆਂ ਗਈਆਂ ਨੇ ਇਸ ਜੱਜਮੈਂਟ ਦੇ ਬੇਸ 'ਤੇ। ਉਹ ਕਲੈਰੀਫਿਕੇਸ਼ਨਾਂ ਨੇ ਜਿਹੜੀਆਂ ਉਹਦੇ ਜਿਹੜੇ ਪੁਆਇੰਟ ਨੇ ਉਹ ਹੁਣ ਇੱਥੇ ਅੱਗੇ ਮੈਂਸ਼ਨ ਕੀਤੇ ਹੋਏ ਆ। ਪਹਿਲਾ ਜਿਹੜਾ ਪੁਆਇੰਟ ਹੈ, ਇਕੁਐਲਿਟੀ ਆਫ opportunity is the hallmark for public appointment and it is in terms of the constitutional scheme only, ਕਿ ਕੋਈ ਵੀ ਜਿਹੜੀ ਭਰਤੀ ਆ ਉਹਦੇ ਵਿੱਚ ਇਕੁਐਲਿਟੀ ਆਫ ਓਪਰਚੁਨਿਟੀ ਹੋਣੀ ਚਾਹੀਦੀ ਆ। ਇਕੁਐਲਿਟੀ ਆਫ ਓਪਰਚੁਨਿਟੀ ਇਜ਼ ਦੀ ਹਾਲਮਾਰਕ। ਹਾਲਮਾਰਕ ਮਤਲਬ ਕੀ ਹੈ, ਜਿਵੇਂ ਗੋਲਡ ਦਾ ਇੱਕ ਸਟੈਂਡਰਡ ਹੁੰਦਾ ਜਿਹਨੂੰ ਗੋਲਡ ਤੋਂ ਆਪਾਂ ਪਰਖ ਕਰਦੇ ਹਾਂ ਕਿ ਸ਼ੁੱਧ ਆ ਉਹ ਜਾਂ ਨਹੀਂ ਹੈ, ਉਹਦੀ ਆਈਡੈਂਟੀਫਿਕੇਸ਼ਨ ਹਾਲਮਾਰਕ ਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਨੇ ਕਿਹਾ ਇਕੁਐਲਿਟੀ ਆਫ ਓਪਰਚੁਨਿਟੀ ਆ ਉਹ ਕਿਸੇ ਵੀ ਅਪੁਆਇੰਟਮੈਂਟ ਦੇ ਵਿੱਚ ਹੋਣੀ ਚਾਹੀਦੀ ਹੈ। ਹੁਣ ਕਿਸੇ ਭਰਤੀ ਦੇ ਵਿੱਚ ਇਕੁਐਲਿਟੀ ਆਫ ਓਪਰਚੁਨਿਟੀ ਆਪਾਂ ਕਦੋਂ ਮੰਨਣੀ ਹੈ? ਉਹ ਉਦੋਂ ਹੀ ਮੰਨੀ ਜਾਊਗੀ ਕਿ ਜਿਹੜੀ ਭਰਤੀ ਹੋਈ ਆ ਉਹਦੇ ਲਈ ਅਖਬਾਰ ਦੇ ਵਿੱਚ ਪ੍ਰੋਪਰ ਐਡਵਰਟਾਈਜ਼ਮੈਂਟ ਆਈ ਹੋਵੇ, ਤਾਂ ਕਿ ਹਰ ਇੱਕ ਨੂੰ ਮੌਕਾ ਮਿਲ ਸਕਿਆ ਹੋਵੇ ਕਿ ਉਹ ਪੋਸਟ ਦੇ ਲਈ ਅਪਲਾਈ ਕਰ ਚੁੱਕਿਆ ਹੋਵੇ। ਤਾਂ ਇਹ ਕੀ ਆ, ਇਕੁਐਲਿਟੀ ਆਫ ਓਪਰਚੁਨਿਟੀ। ਇਹ ਨਹੀਂ ਹੋਣੀ ਚਾਹੀਦਾ ਕਿ ਜਿਹੜੀ ਭਰਤੀ ਆ ਕੋਈ ਉਹ ਬਿਨਾਂ ਐਡਵਰਟਾਈਜ਼ਮੈਂਟ ਤੋਂ ਹੋਈ ਹੋਵੇ। ਤਾਂ ਜੇ ਬਿਨਾਂ ਐਡਵਰਟਾਈਜ਼ਮੈਂਟ 'ਤੇ ਹੋਊਗੀ ਤਾਂ ਉਹ ਇਕੁਅਲ ਓਪਰਚੁਨਿਟੀ ਨਹੀਂ ਹੋਊਗੀ। ਇਹਦੀ ਹੁਣ ਆਪਾਂ ਇੱਕ ਉਦਾਹਰਨ ਲੈਂਦੇ ਹਾਂ ਕਿ ਕਿਸੇ ਡਿਪਾਰਟਮੈਂਟ ਨੇ ਕਿਸੇ ਆਊਟਸੋਰਸਿੰਗ ਏਜੰਸੀ ਨੂੰ ਕੰਟਰੈਕਟ ਦਿੱਤਾ ਕਿ ਉਹਨਾਂ ਨੂੰ ਇੰਨੇ ਵਰਕਰ ਜਾਂ ਇੰਨੇ ਐਮਪਲਾਈ ਕਿਸੇ ਕੰਮ ਦੇ ਲਈ
ਚਾਹੀਦੇ ਆ। ਅਤੇ ਅੱਗੇ ਉਹ ਜਿਹੜੀ ਕੰਪਨੀ ਆ ਜਾਂ ਕੰਟਰੈਕਟਰ ਆ ਉਹਨੇ ਆਪਣੀ ਮਰਜ਼ੀ ਦੇ ਨਾਲ ਜਿਹੜੇ ਇੰਪਲਾਈ ਆ ਉਹ ਵਿਭਾਗ ਨੂੰ ਮੁਹੱਈਆ ਕਰਵਾਤੇ ਆ। ਅਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਪਬਲਿਕ ਅਪੁਆਇੰਟਮੈਂਟ ਦੇ ਲਈ ਨਹੀਂ ਹੋਈ, ਭਾਵ ਕਿ ਕਿਸੇ ਨੂੰ ਵੀ ਬਰਾਬਰ ਮੌਕਾ ਨਹੀਂ ਮਿਲਿਆ। ਇਹ ਕੰਟਰੈਕਟਰ ਦੇ ਉੱਪਰ ਹੀ ਡਿਪੈਂਡ ਕਰਦਾ ਕਿ ਉਹਨੇ ਕਿਹੜੇ ਬੰਦਿਆਂ ਨੂੰ ਰੱਖਣਾ, ਕਿਹੜਿਆਂ ਨੂੰ ਨਹੀਂ ਰੱਖਣਾ। ਅਗਲਾ ਪੁਆਇੰਟ ਜਿਹੜਾ ਮੈਂਸ਼ਨ ਕੀਤਾ ਉਹ ਹੈ ਫਿਲਿੰਗ ਆਫ ਦੀ ਵੈਕੈਂਸੀਜ਼ ਕੈਨ ਨਾਟ ਬੀ ਡਨ ਇਨ ਏ ਹੈਫੇਜ਼ਰਡ ਮੈਨਰ ਔਰ ਬੇਸਡ ਔਨ ਦੀ ਪੈਟਰੋਨੇਜ ਔਰ ਅਦਰ ਕੰਸੀਡਰੇਸ਼ਨ। ਕਿ ਜਿਹੜੀ ਇਹ ਭਰਤੀ ਦੀ ਪ੍ਰਕਿਰਿਆ ਇਹ ਕਿਸੇ ਹੈਫੇਜ਼ਰਡ ਮੈਨਰ ਮਤਲਬ ਜਿਹੜਾ ਕਿ ਕਿਤੇ ਤਰੀਕੇਬੱਧ ਕੋਈ ਕੰਮ ਨਾ ਕੀਤਾ ਹੋਵੇ, ਇਸ ਤਰ੍ਹਾਂ ਦੀ ਭਰਤੀ ਨਹੀਂ ਹੋਣੀ ਚਾਹੀਦੀ। ਭਾਵ ਕਿ ਜਿਹੜੀ ਭਰਤੀ ਕੀਤੀ ਆ ਉਹ ਕਿਸੇ ਵਿਧੀ ਅਨੁਸਾਰ, ਕਿਸੇ ਤਰੀਕੇ ਅਨੁਸਾਰ ਪ੍ਰੋਪਰ ਪ੍ਰੋਸੀਜਰ ਜਿਹੜਾ ਅਡੋਪਟ ਕਰਕੇ ਆ ਕੀਤੀ ਗਈ ਹੋਵੇ। ਅਗਲਾ ਤੀਸਰਾ ਪੁਆਇੰਟ ਆ ਜਿਹੜਾ ਦ ਸਟੇਟ ਇਜ਼ ਮੀਨ ਟੂ ਬੀ ਮਾਡਲ ਇੰਪਲਾਇਰ ਐਂਡ ਕੈਨ ਮੇਕ ਅਪੁਆਇੰਟਮੈਂਟਸ ਓਨਲੀ ਇਨ ਅਕੋਰਡੈਂਸ ਵਿਦ ਦੀ ਰੂਲਸ ਫਰੇਮਡ ਅੰਡਰ ਦੀ ਆਰਟੀਕਲ 309 ਆਫ ਦੀ ਕੌਂਸਟੀਟਿਊਸ਼ਨ। ਆਰਟੀਕਲ 309 ਆ ਜਿਹੜਾ ਭਾਰਤੀ ਸੰਵਿਧਾਨ ਦਾ, ਉਹਦੇ ਵਿੱਚ ਕੀ ਹੈ ਕਿ ਸਟੇਟ ਗੌਰਮੈਂਟ ਨੇ ਜਿਹੜੀਆਂ ਕੋਈ ਵੀ ਪਬਲਿਕ ਅਪੁਆਇੰਟਮੈਂਟ ਕਰਨੀਆਂ ਨੇ ਉਹਨਾਂ ਪਬਲਿਕ ਅਪੁਆਇੰਟਮੈਂਟ ਦੇ ਲਈ ਜਿਹੜੇ ਸਰਵਿਸ ਰੂਲਸ ਨੇ, ਸਰਵਿਸ ਕੰਡੀਸ਼ਨਸ ਨੇ, ਉਹਨਾਂ ਦੇ ਰੂਲਸ ਨੇ, ਜਿਹੜੇ ਐਕਟ ਨੇ ਜਿਹੜੇ ਉਹ ਫਰੇਮ ਕਰਨੇ ਆ। ਅਤੇ ਜਿਹੜੀ ਭਰਤੀ ਕਰਨੀ ਆ ਫਿਰ ਉਹਨਾਂ ਰੂਲਾਂ ਦੇ ਅਕੋਰਡਿੰਗਲੀ ਹੀ ਕਰਨੀ ਆ ਕਿ ਉਹਨਾਂ ਰੂਲਾਂ ਅਨੁਸਾਰ ਜਿਹੜੇ ਸੇਵਾ ਨਿਯਮ ਨੇ, ਜਿਹੜੇ ਸਰਵਿਸ ਰੂਲ ਨੇ ਉਹਨਾਂ ਦੇ ਅਨੁਸਾਰ ਹੀ ਇਹ ਜਿਹੜੀ ਭਰਤੀ ਹੋਣੀ ਚਾਹੀਦੀ ਹੈ। ਇਹ ਜਿਹੜੇ ਸਰਵਿਸ ਰੂਲ ਹੁੰਦੇ ਨੇ ਇਹਨਾਂ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਕਿ ਕਿਹੜੀ ਪੋਸਟ ਦੇ ਲਈ ਕੀ ਕੁਆਲੀਫਿਕੇਸ਼ਨ ਹੈ, ਉਹਦੇ ਲਈ ਕੀ ਜੇ ਕੋਈ ਐਕਸਪੀਰੀਅੰਸ ਚਾਹੀਦਾ, ਉਹਦੇ ਲਈ ਕਿੰਨੀ ਏਜ ਹੋਊਗੀ, ਉਹਦੇ ਲਈ ਕੁਆਲੀਫਿਕੇਸ਼ਨ ਕੀ ਸਬਜੈਕਟ ਪੜ੍ਹੇ ਹੋਣੇ ਚਾਹੀਦੇ ਆ ਅਤੇ ਕਿੰਨੀਆਂ ਪੋਸਟਾਂ ਹੋਣਗੀਆਂ, ਉਹ ਸਾਰਾ ਕੁਛ ਇਹ ਸਰਵਿਸ ਰੂਲਾਂ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ। ਅਗਲਾ ਜਿਹੜਾ ਪੁਆਇੰਟ ਆ ਜਾਂਦਾ ਮੋਸਟ ਇੰਪੋਰਟੈਂਟ ਹੈ ਰੈਗੂਲਰਾਈਜੇਸ਼ਨ ਇਜ਼ ਨਾਟ ਐਂਡ ਕੈਨ ਨਾਟ ਬੀ ਮੇਡ mode of recruitment by any state within the meaning of Article 12 of the Constitution of India or any body or authority governing by a statutory act or rules framed thereunder. Regularization furthermore cannot give permanence to an employee whose services are ad hoc in nature. कि ਰੈਗੂਲਰਾਈਜੇਸ਼ਨ ਦਾ ਇਹ ਮਤਲਬ ਨਹੀਂ ਹੈ ਕਿ ਜੇ ਕੋਈ ਇੰਪਲਾਈ ਐਡ ਹੌਕ 'ਤੇ ਕੰਮ ਕਰ ਰਿਹਾ ਕਿ ਉਹਦੀਆਂ ਸੇਵਾਵਾਂ ਨੂੰ ਨਿਯਮਿਤ ਕਰ ਦਿੱਤਾ ਜਾਵੇ। ਦ ਫੈਕਟ ਸਮ ਪਰਸਨਸ ਹੈਡ ਬੀਨ ਵਰਕਿੰਗ ਫਾਰ ਏ ਲੌਂਗ ਟਾਈਮ ਵੁੱਡ ਨਾਟ ਮੀਨ ਦੈਟ ਦੇ ਹੈਡ ਐਕਵਾਇਰਡ ਏ ਰਾਈਟ ਫਾਰ ਰੈਗੂਲਰਾਈਜੇਸ਼ਨ। ਕਿ ਜੇ ਕਿਸੇ ਨੇ ਕੋਈ ਲੰਬੀ ਸਰਵਿਸ ਕੀਤੀ ਹੈ ਲੰਬੇ ਸਮੇਂ ਦੀ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਅਧਿਕਾਰ ਮਿਲ ਜਾਂਦਾ ਕਿ ਉਹਨੂੰ ਰੈਗੂਲਰ ਕੀਤਾ ਜਾਵੇ। ਤਾਂ ਇੱਥੋਂ ਬਹੁਤ ਕਲੀਅਰ ਹੋ ਜਾਂਦਾ ਕਿ ਇਹ ਨਹੀਂ ਹੈ ਕਿ ਕੋਈ ਇੰਪਲਾਈ ਕਹਿ ਦੇਵੇ ਕਿ ਮੇਰੀ ਸਰਵਿਸ ਆ ਬਹੁਤ ਲੰਬੀ ਹੋ ਚੁੱਕੀ ਆ ਕਿ ਮੈਨੂੰ ਹੁਣ ਰੈਗੂਲਰਾਈਜ਼ ਕਰਨਾ ਚਾਹੀਦਾ। ਤਾਂ ਇਹ ਕੀ ਆ, ਇੱਕ ਕਲੇਮ ਨਹੀਂ ਕਰ ਸਕਦੇ ਐਜ਼ ਏ ਰਾਈਟ ਕਿ ਸਾਨੂੰ ਰੈਗੂਲਰ ਹੀ ਕੀਤਾ ਜਾਵੇ। ਅਗਲੇ ਪੁਆਇੰਟ 'ਚ ਲਿਖਿਆ ਐਨੀ ਰੈਗੂਲਰ ਅਪੁਆਇੰਟਮੈਂਟ ਮੇਡ ਔਨ ਏ ਪੋਸਟ ਅੰਡਰ ਦੀ state or union without issuing advertisement inviting application from eligible candidate and without holding a proper selection where all eligible candidate get a fair chance to compete would violate the guarantee enshrined under article 16 of the constitution। ਕਿ ਜੇ ਕੋਈ ਭਰਤੀ ਹੈ ਜਿਹੜੀ ਬਿਨਾਂ ਇਸ਼ਤਿਹਾਰ ਅਤੇ ਪ੍ਰੋਪਰ ਸਿਲੈਕਸ਼ਨ ਤੋਂ ਜੇ ਕੀਤੀ ਗਈ ਆ ਤਾਂ ਇਹ ਆਰਟੀਕਲ 16 ਦੀ ਉਲੰਘਣਾ ਹੋਊਗੀ। ਆਰਟੀਕਲ 16 ਕੀ ਹੈ ਕਿ ਹਰ ਇੱਕ ਨੂੰ ਬਰਾਬਰ ਓਪਰਚੁਨਿਟੀ ਹੋਣੀ ਚਾਹੀਦੀ ਹੈ, ਮੌਕਾ ਹੋਣਾ ਚਾਹੀਦਾ ਕਿ ਉਹ ਪੋਸਟ ਦੇ ਲਈ ਅਪਲਾਈ ਕਰ ਸਕੇ। ਅੱਗੇ ਹੈ ਇਫ ਇਟ ਇਜ਼ ਏ ਕੰਟਰੈਕਚੁਅਲ ਅਪੁਆਇੰਟਮੈਂਟ ਦੀ ਅਪੁਆਇੰਟਮੈਂਟ ਕਮਸ ਟੂ ਐਨ ਐਂਡ ਐਟ ਦੀ ਐਂਡ ਆਫ ਦੀ ਕੰਟਰੈਕਟ। ਕਿ ਜੇ ਕਿਸੇ ਦੀ ਠੇਕੇ ਦੇ ਉੱਪਰ ਭਰਤੀ ਹੋਈ ਹੈ, ਕੰਟਰੈਕਟ ਦੇ ਉੱਪਰ ਭਰਤੀ ਹੋਈ ਆ, ਤਾਂ ਜਦੋਂ ਉਹ ਕੰਟਰੈਕਟ ਖਤਮ ਹੋ ਜਾਂਦਾ ਤਾਂ ਉਦੋਂ ਇਹ ਮੰਨਿਆ ਜਾਊ ਕਿ ਜਿਹੜੀ ਉਹਦੀ ਅਪੁਆਇੰਟਮੈਂਟ ਆ ਉਹ ਖਤਮ ਹੋ ਗਈ ਹੈ। ਜੇ ਕੰਟਰੈਕਟ ਐਕਸਟੈਂਡ ਹੁੰਦਾ ਰਹਿੰਦਾ ਤਾਂ ਇਹ ਮੰਨਿਆ ਜਾਊ ਕਿ ਉਹਦੀ ਹਜੇ ਅਪੁਆਇੰਟਮੈਂਟ ਆ ਉਹ ਚੱਲ ਰਹੀ ਹੈ। ਪਰ ਜੇ ਕੰਟਰੈਕਟ ਖਤਮ ਹੋ ਗਿਆ ਤਾਂ ਉੱਥੇ ਉਹਦੀ ਜਿਹੜੀ ਅਪੁਆਇੰਟਮੈਂਟ ਆ ਉਹ ਵੀ ਨਾਲ ਦੀ ਨਾਲ ਖਤਮ ਹੋ ਜੂਗੀ। ਅੱਗੇ ਲਿਖਿਆ
Regularization, if any already made but not sub judice, need not to be reopened based on this judgment। ਇਹ ਪੁਆਇੰਟ ਉਹਦੇ ਲਈ ਲਿਖਿਆ ਹੋਇਆ ਕਿ ਜਿਹੜੀ ਰੈਗੂਲਰਾਈਜੇਸ਼ਨ ਪਹਿਲਾਂ ਹੋ ਚੁੱਕੀ ਹੈ ਅਤੇ ਜਿਹੜੀ ਕਾਨੂੰਨੀ ਤੌਰ 'ਤੇ ਜਾਂ ਪਾਲਿਸੀ ਬਣਾ ਕੇ ਰੈਗੂਲਰਾਈਜ਼ ਕਿਸੇ ਨੂੰ ਕੀਤਾ ਤਾਂ ਉਹਨਾਂ ਕੇਸਾਂ ਨੂੰ ਰੀਓਪਨ ਕਰਨ ਦੀ ਲੋੜ ਨਹੀਂ ਹੈ। ਬਟ ਦੇਅਰ ਸ਼ੁੱਡ ਬੀ ਨੋ ਫਰਦਰ ਬਾਈਪਾਸਿੰਗ ਆਫ the constitutional requirement and regularizing or making permanent those duly not duly appointed as per the constitutional scheme। मतलब ਜਿਹੜੇ ਰੈਗੂਲਰ ਹੋ ਚੁੱਕੇ ਨੇ, ਜਿਹੜੇ ਪਾਲਿਸੀ ਦੇ ਵਿੱਚ ਕਵਰ ਹੁੰਦੇ ਸੀ ਜਿਹੜੀ ਰੈਗੂਲਰਾਈਜੇਸ਼ਨ ਦੀ, ਜੋ ਰੈਗੂਲਰ ਹੋ ਚੁੱਕੇ ਆ ਉਹਨਾਂ ਕੇਸਾਂ ਨੂੰ ਦੁਬਾਰਾ ਰੀਓਪਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸੇ ਇੰਸਟਰਕਸ਼ਨ ਦੇ ਪੈਰਾ 3 ਦੇ ਵਿੱਚ ਇੱਕ ਹੋਰ ਕੇਸ ਆ ML ਕੇਸ ਦੀ ਜਜਮੈਂਟ। ਉਹਦੇ ਜਿਹੜੇ ਪੁਆਇੰਟ ਨੇ ਉਹਨਾਂ ਨੇ ਦੱਸੇ ਹੋਏ ਆ। ਪਹਿਲਾ ਪੁਆਇੰਟ ਹੈ ਇਹਦੇ 'ਚ ਦਾ ਐਮਪਲਾਈ ਕੰਸਰਨਡ ਸ਼ੁੱਡ ਹੈਵ ਵਰਕਡ ਫਾਰ 10 years or more in duly sanctioned post without the benefit or protection of the interim order of the any court or tribunal। In other words, the state government or its instrumentality should have employed the employee and continued him in service voluntarily and continuously for more than 10 year। ਕਿ ਜਿਹੜੀ ਉਹਦੀ ਸਰਵਿਸ ਆ ਉਹ ਘੱਟੋ ਘੱਟ 10 ਸਾਲ ਦੀ ਹੋਣੀ ਚਾਹੀਦੀ ਆ। ਤਾਂ 2016 ਦੇ ਵਿੱਚ ਜਿਹੜਾ ਐਕਟ ਬਣਿਆ ਸੀ ਉਹਦੇ 'ਚ ਇਹ ਕੰਡੀਸ਼ਨ ਨਹੀਂ ਪਾਈ ਹੋਈ ਸੀ, ਉਹਦੇ 'ਚ 3 ਸਾਲ ਦੀ ਕੰਡੀਸ਼ਨ ਰੱਖੀ ਹੋਈ ਸੀ। ਤਾਂ ਇਸੇ ਕਰਕੇ ਜਿਹੜਾ ਪੁਆਇੰਟ ਦੇ ਉੱਪਰ ਜਿਹੜੇ ਪੁਆਇੰਟਾਂ 'ਤੇ ਚੈਲੰਜ ਹੋਇਆ ਸੀ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਪੁਆਇੰਟ ਸੀ। ਅਗਲਾ ਪੁਆਇੰਟ ਆ ਦੀ ਅਪੁਆਇੰਟਮੈਂਟ ਆਫ ਸੱਚ ਇੰਪਲਾਈ ਸ਼ੁੱਡ ਨਾਟ ਬੀ ਇਲੀਗਲ ਈਵਨ ਇਫ ਇਰੈਗੂਲਰ। ਕਿ ਜਿਹੜੀ ਭਰਤੀ ਆ ਉਹ ਗੈਰ ਕਾਨੂੰਨੀ ਨਹੀਂ ਹੋਣੀ ਚਾਹੀਦੀ, ਉਹ ਇਰੈਗੂਲਰ ਅਪੁਆਇੰਟਮੈਂਟ ਹੋ ਸਕਦੀ ਆ। ਹੁਣ ਇਲੀਗਲ ਅਤੇ ਇਰੈਗੂਲਰ ਕੀ ਹੈ ਉਹਦਾ ਜਿਹੜੇ ਪੁਆਇੰਟ ਆ ਉਹ ਦੱਸੇ ਹੋਇਆ। ਵੇਅਰ ਦੀ ਅਪੁਆਇੰਟਮੈਂਟ ਆਰ ਨਾਟ ਮੇਡ ਔਰ ਕੰਟੀਨਿਊਡ ਅਗੇਂਸਟ ਸੈਂਕਸ਼ਨ ਪੋਸਟ ਔਰ ਵੇਅਰ ਦੀ ਪਰਸਨਸ ਅਪੁਆਇੰਟਡ ਡੂ ਨਾਟ ਪੋਜੈਸ ਦੀ ਪ੍ਰੈਸਕ੍ਰਾਈਬਡ ਮਿਨੀਮਮ ਕੁਆਲੀਫਿਕੇਸ਼ਨ ਦੀ ਅਪੁਆਇੰਟਮੈਂਟ ਵਿਲ ਬੀ ਕੰਸੀਡਰ ਟੂ ਬੀ ਇਲੀਗਲ। ਕਿ ਜੇ ਜਿਹੜੀ ਭਰਤੀ ਆ ਮਨਜ਼ੂਰ ਸ਼ੁਦਾ ਅਸਾਮੀਆਂ ਦੇ ਵਿਰੁੱਧ ਨਹੀਂ ਕੀਤੀ ਗਈ ਜਾਂ ਜਿਹੜੀ ਭਰਤੀ ਕੀਤੀ ਗਈ ਆ ਉਹਦੇ ਵਿੱਚ ਜੇ ਮਿਨੀਮਮ ਕੁਆਲੀਫਿਕੇਸ਼ਨ ਹੀ ਨਹੀਂ ਪੂਰੀ ਕਰਦੇ ਜਿਹੜੇ ਅਪੁਆਇੰਟਮੈਂਟ ਕੀਤੇ ਗਏ ਨੇ, ਕਰਮਚਾਰੀ ਰੱਖੇ ਗਏ ਨੇ, ਤਾਂ ਉਹ ਜਿਹੜੀ ਭਰਤੀ ਆ ਉਹ ਇਲੀਗਲ ਮੰਨੀ ਜਾਊਗੀ। ਵੇਅਰ ਦੀ ਪਰਸਨ ਐਮਪਲਾਇਡ possessed prescribed qualifications and was working against sanctioned post but had been selected without undergoing the process of open competitive selection, such appointment are considered to be irregular। ਕਿ ਜੇ ਜਿਹੜੀ ਭਰਤੀ ਕੀਤੀ ਗਈ ਹੈ ਉਹਦੇ ਵਿੱਚ ਜਿਹੜੇ ਕਰਮਚਾਰੀ ਸਿਲੈਕਟ ਹੋਏ ਸੀ ਉਹ ਜੇ ਕੁਆਲੀਫਿਕੇਸ਼ਨ ਪੂਰੀ ਕਰਦੇ ਆ ਅਤੇ ਸੈਂਕਸ਼ਨਡ ਪੋਸਟ ਦੇ ਅਗੇਂਸਟ ਲੱਗੇ ਹੋਏ ਆ, ਪਰ ਜਿਹੜੀ ਪ੍ਰੋਸੈਸ ਆ ਕੰਪੀਟੀਟਿਵ ਸਿਲੈਕਸ਼ਨ ਆ, ਕੰਪੀਟੀਟਿਵ ਜਿਹੜਾ ਐਗਜ਼ਾਮ ਆ ਜੇ ਨਹੀਂ ਹੋਇਆ ਤਾਂ ਉਹ ਜਿਹੜੀ ਅਪੁਆਇੰਟਮੈਂਟ ਇਰੈਗੂਲਰ ਮੰਨੀ ਜਾਊਗੀ। ਤਾਂ ਇਹ ਤਾਂ ਸੀ ਸਿਰਫ ਭਾਰਤ ਸਰਕਾਰ ਦੀਆਂ ਹਦਾਇਤਾਂ ਜਿਹੜੀਆਂ ਉਮਾ ਦੇਵੀ ਕੇਸ ਦੀ ਜਜਮੈਂਟ ਸੀ ਉਹਦੇ 'ਚੋਂ ਜਿਹੜੇ ਮੇਨ ਪੁਆਇੰਟ ਸੀ ਉਹਨਾਂ ਦੇ ਆਧਾਰ 'ਤੇ। ਹੁਣ ਜਦੋਂ ਪੰਜਾਬ ਸਰਕਾਰ ਨੇ ਕਰਮਚਾਰੀਆਂ ਨੂੰ ਰੈਗੂਲਰਾਈਜ਼ ਕਰਨ ਸੰਬੰਧੀ ਪਾਲਿਸੀ ਜਾਂ ਐਕਟ ਜਿਹੜਾ ਵੀ ਨਵਾਂ ਬਣਾਉਣਾ ਜਾਂ ਜੋ ਐਕਟ ਪਿਛਲੇ ਸਮੇਂ ਤਿਆਰ ਹੋਇਆ ਸੀ ਜੇ ਉਹਦੇ ਵਿੱਚ ਕੋਈ ਚੇਂਜ ਹੋਣੀ ਆ ਉਹ ਇਹਨਾਂ ਪੁਆਇੰਟਾਂ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਜਾਣੀ ਹੈ ਅਤੇ ਉਹਦੇ 'ਚ ਜਿਹੜੇ ਇਤਰਾਜ਼ ਨੇ ਉਹ ਦੂਰ ਕੀਤੇ ਜਾਣੇ ਆ। ਤਾਂ ਇਹ ਪੁਆਇੰਟ ਤਾਂ ਉਹਦੇ ਵਿੱਚ ਕੰਸੀਡਰ ਹੋਣੇ ਹੀ ਹੋਣੇ ਆ ਅਤੇ ਇਹਦੇ ਤੋਂ ਇਲਾਵਾ ਹੋਰ ਪੁਆਇੰਟ ਵੀ ਹੋ ਸਕਦੇ ਆ। ਅਤੇ ਉਦੋਂ ਜਦੋਂ ਉਹ ਐਕਟ ਆਪਣੇ ਸਾਹਮਣੇ ਆ ਜਾਊਗਾ ਨਵਾਂ ਤਿਆਰ ਹੋ ਕੇ ਜਾਂ ਅਮੈਂਡਮੈਂਟ ਹੁੰਦੀ ਆ ਕੋਈ ਵੀ, ਤਾਂ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਤਾਂ ਹਾਲ ਦੀ ਘੜੀ ਤਾਂ ਇਹਦੇ 'ਚ ਜਿਹੜੇ ਜਿਹੜੇ ਪੁਆਇੰਟ ਆਪਾਂ ਦੱਸੇ ਨੇ, ਜਿਵੇਂ 10 ਸਾਲ ਦੀ ਸਰਵਿਸ ਹੋਣੀ ਚਾਹੀਦੀ ਆ, ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਆ, ਸੈਂਕਸ਼ਨਡ ਪੋਸਟ ਹੋਣੀ ਚਾਹੀਦੀ ਆ, ਜੇ ਇਹਨਾਂ ਕ੍ਰਾਈਟੇਰੀਆ ਨੂੰ ਇੰਪਲਾਈ ਜਿਹੜੇ ਕੰਟਰੈਕਟ 'ਤੇ ਭਰਤੀ ਹੋਏ ਨੇ ਜੇ ਉਹ ਫਿਲਫਿਲ ਕਰਦੇ ਆ ਤਾਂ ਉਹ ਕੰਸੀਡਰ ਹੋ ਸਕਦੇ ਆ। ਤਾਂ ਇਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਕੰਡੀਸ਼ਨਸ ਨੇ ਉਹ ਨਵਾਂ ਐਕਟ ਬਣਨ ਤੋਂ ਬਾਅਦ ਜਦੋਂ ਆਪਣੇ ਸਾਹਮਣੇ ਆਉਣਗੀਆਂ ਉੱਥੋਂ ਹੀ ਆਪਾਂ ਨੂੰ ਡਿਟੇਲ ਦੇ ਵਿੱਚ ਪਤਾ ਲੱਗਣਗੀਆਂ। ਅਤੇ ਅੱਜ ਦਾ ਜੇ ਇਹ ਵੀਡੀਓ ਤੁਹਾਨੂੰ ਚੰਗਾ ਲੱਗਿਆ ਹੋਵੇ ਜਾਂ ਅੱਜ ਦੇ ਟੌਪਿਕ ਦੇ ਬਾਰੇ ਜੇ ਤੁਹਾਡੇ ਕੋਈ ਕੁਐਸਚਨ ਨੇ
ਤਾਂ ਉਹਨੂੰ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਅਤੇ ਨਾਲ ਦੀ ਨਾਲ ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਜਿਹੜੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿਸੇ ਵੀ ਅਫਵਾਹਾਂ ਜਾਂ ਖਬਰ